ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਸਭ ਤੋਂ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਵੋਟਰ ਮਹਿਸੂਸ ਕਰਦੇ ਨੇ ਕਿ ਬਾਈਡਨ ਇਕਨੋਮਿਕਸ ਚੀਜ਼ਾਂ ਨੂੰ ਹੋਰ ਬਦਤਰ ਬਣਾ ਰਹੀ ਹੈ। ਯੂਕਰੇਨ ਦੀ ਮਦਦ ਕਰਨ ਬਾਰੇ ਅਮਰੀਕਾ ਦੇ ਵੋਟਰਾਂ ਨੇ ਆਵਾਜ਼ ਉਠਾਈ। ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 110। ਕੈਨੇਡਾ ਵਿੱਚ ਕਾਬੂ ਤੋਂ ਬਾਹਰ ਹੋਈ ਜੰਗਲ ਦੀ ਅੱਗ, ਕਰਵਾਇਆ ਜਾ ਰਿਹਾ ਹੈ ਖੇਤਰ ਨੂੰ ਖਾਲੀ। ਟਰੰਪ ਨੂੰ ਜ਼ਹਿਰ ਭਰੀ ਚਿੱਠੀ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ 22 ਸਾਲ ਦੀ ਸਜ਼ਾ। ਕੈਨੇਡਾ ਵਿੱਚ ਪੰਜਾਬੀਆਂ ਨੇ ਚਾੜਿਆ ਚੰਨ, $3 ਮਿਲੀਅਨ ਦੇ ਚੋਰੀ ਦੇ ਵਾਹਨਾਂ ਸਣੇ 3 ਗ੍ਰਿਫਤਾਰ। ਇੰਟਰਨੈਸ਼ਨਲ ਯੰਗ ਈਕੋ ਹੀਰੋ ਅਵਾਰਡ 2023 ਦੇ ਜੇਤੂਆਂ ਵਿੱਚ 5 ਭਾਰਤੀ ਮੁੰਡੇ ਕੁੜੀਆਂ ਸ਼ਾਮਿਲ। ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਦੀਆਂ ਹੋਰ ਵੀ ਖਬਰਾਂ। ਸਿਰਫ 25% ਵੋਟਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੀਆਂ ਨੀਤੀਆਂ ਨੇ ਆਰਥਿਕਤਾ ਨੂੰ ਬਿਹਤਰ ਬਣਾਇਆ। ਜਿਵੇਂ ਕਿ ਰਾਸ਼ਟਰਪਤੀ ਜੋ ਬਾਈਡਨ ਇਕਨੋਮਿਕਸ ਨੂੰ ਉਤਸ਼ਾਹਿਤ ਕਰਦੇ ਨੇ। ਇੱਥੇ ਇੱਕ ਨਵੇਂ ਰਾਸ਼ਟਰੀ ਸਰਵੇਖਣ ਤੋਂ ਆਰਥਿਕਤਾ ਬਾਰੇ 5 ਪੁਆਇੰਟਸ ਸਾਹਮਣੇ ਆਏ। ਬਾਈਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਵਿੱਚ ਚੀਜ਼ਾਂ ਕਿਵੇਂ ਚੱਲ ਰਹੀਆਂ ਨੇ, ਇਸ ਤੋਂ ਅਸੰਤੁਸ਼ਟ ਮਹਿਸੂਸ ਕਰਨ ਵਾਲੇ ਵੋਟਰਾਂ ਦਾ ਹਿੱਸਾ 17 ਪੁਆਇੰਟਸ ਵੱਧ ਗਿਆ। 10 ਵਿੱਚੋਂ 8 ਦਾ ਕਹਿਣਾ ਹੈ ਕਿ ਆਰਥਿਕਤਾ ਬੁਰੀ ਹਾਲਤ ਵਿੱਚ ਹੈ। 2 ਸਾਲ ਪਹਿਲਾਂ ਦੇ ਮੁਕਾਬਲੇ ਆਪਣੀ ਨਿੱਜੀ ਵਿੱਤੀ ਸਥਿਤੀ ਨੂੰ ਨਕਾਰਾਤਮਕ ਰੂਪ ਵਿੱਚ ਬਿਆਨ ਕਰਨ ਵਾਲਿਆਂ ਦੀ ਗਿਣਤੀ ਵਿੱਚ 19 ਪੁਆਇੰਟਸ ਦਾ ਵਾਧਾ ਹੋਇਆ ਹੈ। ਬਹੁਮਤ ਬਾਈਡਨ ਦੇ ਮਹਿੰਗਾਈ ਨਾਲ ਨਜਿੱਠਣ ਨੂੰ ਅਸਵੀਕਾਰ ਕਰਦਾ ਹੈ, ਜਿਸ ਵਿੱਚ 1/3 ਤੋਂ ਵੱਧ ਡੈਮੋਕ੍ਰੇਟਸ ਅਤੇ 3/4 ਆਜ਼ਾਦ ਸ਼ਾਮਿਲ ਨੇ। ਦੁੱਗਣੇ ਲੋਕ ਸੋਚਦੇ ਨੇ ਕਿ ਬਾਈਡਨ ਪ੍ਰਸ਼ਾਸਨ ਨੇ ਆਰਥਿਕਤਾ ਨੂੰ ਬਿਹਤਰ ਦੀ ਬਜਾਏ ਬਦਤਰ ਬਣਾ ਦਿੱਤਾ ਹੈ। ਬਾਈਡਨ ਦੀਆਂ ਰੇਟਿੰਗਸ ਲਗਭਗ 4 ਸਾਲ ਪਹਿਲਾਂ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮਾਨ ਨੇ। ਉਸ ਸਮੇਂ 43% ਨੇ ਮਨਜ਼ੂਰੀ ਦਿੱਤੀ ਅਤੇ 56% ਨੇ ਟਰੰਪ ਨੂੰ ਅਸਵੀਕਾਰ ਕੀਤਾ। ਹਾਲਾਂਕਿ ਅਰਥ ਵਿਵਸਥਾ ਅਮਰੀਕਾ ਵਿੱਚ ਸਭ ਤੋਂ ਵੱਡਾ ਮੁੱਦਾ ਹੈ। 2/3 ਲੋਕਾਂ ਨੂੰ ਲੱਗਦਾ ਹੈ ਕਿ ਯੂਕਰੇਨ ਰੂਸ ਦੇ ਹਮਲੇ ਤੋਂ ਬਚ ਜਾਵੇਗਾ ਅਤੇ ਇੱਕ ਆਜ਼ਾਦ ਦੇਸ਼ ਰਹੇਗਾ। ਜਿਵੇਂ ਕਿ ਯੂਕਰੇਨ ਦੇ ਵਿਰੁੱਧ ਰੂਸੀ ਯੁੱਧ ਜਾਰੀ ਹੈ, 2/3 ਅਮਰੀਕੀ ਵੋਟਰ ਸੋਚਦੇ ਨੇ ਕਿ ਇਹ ਸੰਭਾਵਤ ਤੌਰ ਤੇ ਦੇਸ਼ ਹਮਲੇ ਤੋਂ ਬਚ ਜਾਵੇਗਾ ਅਤੇ ਆਜ਼ਾਦ ਰਹੇਗਾ। ਫਿਰ ਵੀ ਹੁਣ ਹੋਰ ਵਿਸ਼ਵਾਸ ਕਰਦੇ ਨੇ ਕਿ ਅਮਰੀਕਾ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਦੇ ਦੇਸ਼ ਦੀ ਮਦਦ ਕਰਨ ਲਈ ਬਹੁਤ ਕੁਝ ਕਰ ਰਿਹਾ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਦੇ ਅਨੁਸਾਰ ਰਜਿਸਟਰਡ ਵੋਟਰਾਂ ਵਿੱਚੋਂ 36% ਦਾ ਮੰਨਣਾ ਹੈ ਕਿ ਜਦੋਂ ਯੂਕਰੇਨ ਦੀ ਮਦਦ ਕਰਨ ਦੀ ਗੱਲ ਆਉਂਦੀ ਹੈ ਤਾਂ US ਨੂੰ ਘੱਟ ਕਰਨਾ ਚਾਹੀਦਾ ਹੈ। ਫਿਰ ਵੀ ਬਹੁ ਗਿਣਤੀ ਸੋਚਦੀ ਹੈ ਕਿ US ਦਾ ਸਮਰਥਨ ਪੱਧਰ ਜਾਂ ਸਹੀ ਹੈ ਜਾਂ ਵੱਧ ਹੋਣਾ ਚਾਹੀਦਾ ਹੈ, ਜਦੋਂ ਕਿ ਅਮਰੀਕਨ ਸਮੁੱਚੇ ਤੌਰ ਤੇ ਯੂਕਰੇਨ ਦੀ ਮਦਦ ਕਰਨ ਦੇ ਸਮਰਥਨ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਨੇ। ਯੁੱਧ ਦਾ ਨਾਰਾ ਆਪਣਾ ਪ੍ਰਭਾਵ ਲੈ ਰਿਹਾ ਹੈ। ਅਮਰੀਕਨ ਵਿੱਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਕਿ ਯੂਕਰੇਨ ਲਈ US ਸਹਾਇਤਾ ਦੇਣ ਦੇ ਯੋਗ ਹੈ। ਅਮਰੀਕਾ ਵਿੱਚ ਹਵਾਈ ਸੂਬੇ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 110 ਤੱਕ ਪਹੁੰਚ ਗਈ ਹੈ। ਸੂਬਾਈ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ। ਗ੍ਰੀਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, 110 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਅਸੀਂ ਜੰਗਲ ਦੀ ਅੱਗ ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਬਚਾਉਣ ਲਈ ਵਾਧੂ ਫੋਰਸ ਤਾਇਨਾਤ ਕਰ ਰਹੇ ਹਾਂ, ਇਹ ਯਕੀਨੀ ਕਰਨ ਲਈ ਕਿ ਅਸੀਂ ਤਬਾਹੀ ਵਾਲੀ ਥਾਂ ਦੇ ਹਰ ਕੋਨੇ ਵਿੱਚ ਜਾ ਸਕੀਏ। ਗਵਰਨਰ ਨੇ ਟਵੀਟ ਕੀਤਾ ਕਿ ਬੁੱਧਵਾਰ ਤੱਕ ਅਧਿਕਾਰੀਆਂ ਨੇ ਕਿਰਾਏ ਦੇ 369 ਕਮਰਿਆਂ ਵਿੱਚ ਲਗਭਗ 910 ਲੋਕਾਂ ਨੂੰ ਪਨਾਹ ਦਿੱਤੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ ਪੀਅਰੇ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਖੇਤਰ ਦੇ ਸਭ ਤੋਂ ਭਿਆਨਕ ਜੰਗਲੀ ਅੱਗ ਤੋਂ ਬਚਾਏ ਗਏ ਲੋਕਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ 21 ਅਗਸਤ ਨੂੰ ਮਾਉਈ ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਹਵਾਈ ਦੇ ਜੰਗਲਾਂ ਵਿੱਚ ਅੱਗ ਖੁਸ਼ਕ ਅਤੇ ਗਰਮ ਮੌਸਮ ਕਾਰਨ ਲੱਗੀ। ਇਸ ਤੋਂ ਇਲਾਵਾ ਇੱਥੇ ਤੇਜ਼ ਹਵਾਵਾਂ ਕਾਰਨ ਅੱਗ ਹੋਰ ਵੀ ਫੈਲ ਗਈ। ਇਸ ਭਿਆਨਕ ਅੱਗ ਨਾਲ ਸੈਲਾਨੀ ਸਥਾਨ ਲਾਹੌਣਾ ਸਮੇਤ ਕਈ ਬਸਤੀਆਂ ਤਬਾਹ ਹੋ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਇੱਥੇ ਸੜਕਾਂ ਤੇ ਆਵਾਜਾਈ ਰੋਕ ਦਿੱਤੀ ਹੈ। ਸੈਂਕੜੇ ਸਥਾਨਕ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਹੈ। ਕੈਨੇਡਾ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਜੰਗਲੀ ਅੱਗ ਭੜਕ ਉੱਠੀ ਹੈ, ਜਿਸ ਨਾਲ ਐਮਰਜੈਂਸੀ ਘੋਸ਼ਿਤ ਕੀਤੀ ਜਾਣੀ ਚਾਹੀਦੀ ਹੈ। ਰਾਜਧਾਨੀ ਯੈਲੋ ਨਾਈਫ ਨੂੰ ਸੜਕ ਅਤੇ ਹਵਾਈ ਦੁਆਰਾ ਖਾਲੀ ਕਰਵਾ ਲਿਆ ਗਿਆ ਹੈ।
CNN ਦੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ 230 ਤੋਂ ਵੱਧ ਖੇਤਰ ਨੂੰ ਅੱਗ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ। ਅੱਗ ਦਾ ਧੂੰਆਂ ਦੱਖਣ ਵਿੱਚ ਫੈਲ ਰਿਹਾ ਹੈ ਜੋ ਅਮਰੀਕਾ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਯੈਲੋ ਨਾਈਫ ਰਿਮੋਟ ਖੇਤਰ ਦੀ ਕੁੱਲ ਆਬਾਦੀ ਦਾ ਲਗਭਗ ਅੱਧਾ ਹਿੱਸਾ ਬਣਾਉਂਦੀ ਹੈ ਜੋ ਅਲਬਰਟਾ ਦੇ ਉੱਤਰ ਅਤੇ ਯੂਕਰੇਨ ਦੇ ਪੂਰਬ ਵਿੱਚ ਸਥਿਤ ਹੈ। ਪ੍ਰੀਮੀਅਮ ਕੈਰੋਲਿਨ ਕੋਚਰੇਨ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ, ਅਸੀਂ ਸਾਰੇ ਬੇਮਿਸਾਲ ਸ਼ਬਦ ਤੋਂ ਥੱਕ ਗਏ ਹਾਂ। ਫਿਰ ਵੀ ਉੱਤਰੀ ਪੱਛਮੀ ਪ੍ਰਦੇਸ਼ਾਂ ਵਿੱਚ ਸਥਿਤੀ ਦਾ ਵਰਣਨ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ। ਡਾਟਾ, ਕਾਮਾ ਝੀਲ, ਗ੍ਰੇਸ ਲੇਕ ਅਤੇ ਐਂਗਲ ਕਾਰੋਬਾਰੀ ਜ਼ਿਲ੍ਹਿਆਂ ਵਿੱਚ ਇਗਿੰਗ ਗ੍ਰਾਹਮ ਟ੍ਰੇਲ ਦੇ ਨਾਲ ਰਹਿਣ ਵਾਲੇ ਨਿਵਾਸੀ ਇਸ ਸਮੇਂ ਸਭ ਤੋਂ ਵੱਧ ਜੋਖਮ ਵਿੱਚ ਨੇ ਅਤੇ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਬਾਹਰ ਕੱਢਣਾ ਜਾਣਾ ਚਾਹੀਦਾ ਹੈ। CNN ਅਨੁਸਾਰ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਕ ਨਿਊਜ਼ ਵਿੱਚ ਕਿਹਾ, ਹੋਰ ਵਸਨੀਕਾਂ ਨੂੰ ਸ਼ੁੱਕਰਵਾਰ 18 ਅਗਸਤ 2023 ਨੂੰ ਦੁਪਹਿਰ ਤੱਕ ਖਾਲੀ ਕਰਨ ਦਾ ਸਮਾਂ ਹੈ। ਅਧਿਕਾਰੀਆਂ ਨੇ ਕਿਹਾ ਕਿ ਐਂਡੀਲੋ ਭਾਈਚਾਰਾ ਵੀ ਇੱਕ ਨਿਵਾਸੀ ਆਦੇਸ਼ ਦੇ ਅਧੀਨ ਹੈ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਵਾਹਨ ਰਾਹੀਂ ਯਾਤਰਾ ਕਰਨ ਵਿੱਚ ਅਸਮਰਥ ਨੇ ਉਹ ਹਵਾਈ ਨਿਕਾਸੀ ਲਈ ਰਜਿਸਟਰ ਕਰ ਸਕਦੇ ਨੇ। ਕੋਚ ਰੇਨ ਨੇ ਕਿਹਾ, ਜੇ ਤੁਸੀਂ ਸੜਕ ਛੱਡਣ ਦੇ ਯੋਗ ਹੋ ਤਾਂ ਸਾਰੇ ਚੇਤਾਵਨੀ ਸੰਕੇਤਾਂ, ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ, ਟ੍ਰੈਫਿਕ ਨਿਯੰਤਰਣ ਉਪਕਰਨਾਂ ਅਤੇ ਪੋਸਟ ਕੀਤੀਆਂ ਗਤੀ ਸੀਮਾਵਾਂ ਦੀ ਪਾਲਣਾ ਕਰੋ। ਕਿਸੇ ਵੀ ਜਲਦਬਾਜ਼ੀ ਵਿੱਚ ਫੈਸਲੇ ਨਾ ਕਰੋ ਜੋ ਹੋਰ ਲੋਕਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ। ਯੈਲੋ ਨਾਈਫ ਖੇਤਰ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਭਾਰੀ ਧੂਏ ਅਤੇ ਅੱਗ ਦੀਆਂ ਲਪੇਟਾਂ 'ਚੋਂ ਇੱਕ ਸੰਭਾਵੀ ਤੌਰ ਤੇ ਖਤਰਨਾਕ ਯਾਤਰਾ ਦਾ ਸਾਹਮਣਾ ਕਰਨਾ ਪੈਂਦਾ ਹੈ। CNN ਅਨੁਸਾਰ ਨਾਦੀਆ ਬਾਇਰਨ ਨੇ CNN ਨੂੰ ਦੱਸਿਆ, ਜਦੋਂ ਅਸੀਂ ਲੰਘ ਰਹੇ ਸੀ ਤਾਂ ਹਰ ਪਾਸੇ ਅੱਗ ਦੀਆਂ ਲਪਟਾਂ ਸਨ। ਉਸਨੇ ਆਪਣੇ ਨਿਕਾਸੀ ਨੂੰ ਹੁਣ ਤੱਕ ਦਾ ਸਭ ਤੋਂ ਭੈੜਾ ਅਨੁਭਵ ਦੱਸਿਆ। ਬਾਇਰਨ 4 ਦੋਸਤਾਂ ਅਤੇ ਉਹਨਾਂ ਦੇ ਕੁੱਤਿਆਂ ਨਾਲ ਮੰਗਲਵਾਰ ਸ਼ਾਮ ਨੂੰ ਯੈਲੋ ਨਾਈਫ ਨੂੰ ਛੱਡਿਆ ਅਤੇ ਗੱਡੀ ਚਲਾਉਂਦੇ ਸਮੇਂ ਸਾਹ ਲੈਣ ਅਤੇ ਦੇਖਣ ਲਈ ਸੰਘਰਸ਼ ਕਰ ਰਿਹਾ ਸੀ। CNN ਅਨੁਸਾਰ ਥੌਮਸਨ ਨੇ ਮੰਗਲਵਾਰ ਨੂੰ ਪੂਰੇ ਖੇਤਰ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ ਜੋ ਅਧਿਕਾਰੀਆਂ ਨੂੰ ਸਰੋਤਾਂ ਤੱਕ ਪਹੁੰਚ ਅਤੇ ਤਾਇਨਾਤ ਕਰਨ ਦੀ ਆਗਿਆ ਦੇਵੇਗੀ ਤਾਂ ਜੋ ਅਸੀਂ ਵਸਨੀਕਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਆਪਣਾ ਕੰਮ ਵਧੇਰੇ ਕੁਸ਼ਲ ਤਰੀਕੇ ਨਾਲ ਜਾਰੀ ਰੱਖ ਸਕੀਏ। ਅਮਰੀਕਾ ਦੀ ਇੱਕ ਅਦਾਲਤ ਨੇ ਕੈਨੇਡੀਅਨ ਔਰਤ ਨੂੰ 22 ਸਾਲ ਦੀ ਸਜ਼ਾ ਸੁਣਾਈ। ਔਰਤ ਨੂੰ ਇਹ ਸਜ਼ਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦੇ ਤੇ ਰਹਿੰਦਿਆਂ ਉਸ ਨੂੰ ਰੀਸਿਨ ਜ਼ਹਿਰ ਨਾਲ ਭਰੀਆਂ ਚਿੱਠੀਆਂ ਭੇਜਣ ਦੇ ਮਾਮਲੇ ਵਿੱਚ ਸੁਣਾਈ। BBC ਦੀ ਰਿਪੋਰਟ ਮੁਤਾਬਿਕ ਵੀਰਵਾਰ ਨੂੰ ਜ਼ਿਲ੍ਹਾ ਜੱਜ ਡਬਨੀ ਫੈਡਰਿਕ ਨੇ 56 ਸਾਲਾ ਪੈਸਕਲ ਫੈਰੀਅਰ ਨੂੰ 262 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਜੇਕਰ ਉਹ ਕਦੇ ਵਾਪਸ ਆਉਂਦੀ ਹੈ ਤਾਂ ਉਸ ਨੂੰ ਉਮਰ ਭਰ ਲਈ ਨਿਗਰਾਨੀ ਦਾ ਸਾਹਮਣਾ ਕਰਨਾ ਪਵੇਗਾ। ਜੱਜ ਫੈਡਰਿਕ ਨੇ ਫੈਰੀਅਰ ਨੂੰ ਕਿਹਾ ਕਿ ਉਸ ਦੀਆਂ ਕਾਰਵਾਈਆਂ ਸੰਭਾਵੀ ਤੌਰ ਤੇ ਘਾਤਕ ਅਤੇ ਸਮਾਜ ਲਈ ਨੁਕਸਾਨਦੇਹ ਸਨ। ਫਰਾਂਸ ਅਤੇ ਕੈਨੇਡਾ ਦੀ ਦੋਹਰੀ ਨਾਗਰਿਕ ਫੈਰੀਅਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਅਫਸੋਸ ਹੈ ਕਿ ਉਸ ਦੀ ਯੋਜਨਾ ਅਸਫਲ ਹੋ ਗਈ ਅਤੇ ਉਹ ਟਰੰਪ ਨੂੰ ਰੋਕ ਨਹੀਂ ਸਕੀ। ਆਪਣੇ ਸੰਬੋਧਨ ਵਿੱਚ ਉਸਨੇ ਇਹ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਇੱਕ ਅੱਤਵਾਦੀ ਨਹੀਂ ਇੱਕ ਕਾਰਕੁਨ ਵਜੋਂ ਦੇਖਦੀ ਹੈ। ਫੈਰੀਅਰ ਨੇ ਅੱਗੇ ਕਿਹਾ ਕਿ ਉਹ ਆਪਣੇ ਟੀਚਿਆਂ ਨੂੰ ਪ੍ਰਭਾਵਿਤ ਕਰਨ ਲਈ ਸ਼ਾਂਤੀਪੂਰਨ ਸਾਧਨਾ ਲੱਭਣਾ ਚਾਹੁੰਦੀ ਹੈ। BBC ਦੀ ਰਿਪੋਰਟ ਮੁਤਾਬਿਕ FBI ਨੂੰ ਟਰੰਪ ਨੂੰ ਲਿਖੀ ਚਿੱਠੀ ਤੇ ਉਸ ਦੇ ਫਿੰਗਰਪ੍ਰਿੰਟਸ ਮਿਲੇ ਜਿਸ ਵਿੱਚ ਟਰੰਪ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਦੀ ਅਪੀਲ ਕੀਤੀ ਗਈ ਸੀ। FBI ਦੇ ਚਾਰਜਿੰਗ ਦਸਤਾਵੇਜ਼ਾਂ ਅਨੁਸਾਰ ਉਸ ਨੇ ਚਿੱਠੀ ਵਿੱਚ ਲਿਖਿਆ ਕਿ ਮੈਨੂੰ ਤੁਹਾਡੇ ਲਈ ਇੱਕ ਨਵਾਂ ਨਾਮ ਮਿਲਿਆ ਹੈ, ਦ ਅਗਲੀ ਟਾਇਰੈਂਟ ਕਲਾਊਨ। ਫੈਰੀਅਰ ਨੇ ਇਹ ਵੀ ਮੰਨਿਆ ਕਿ 8 ਟੈਕਸਾਸ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇਸੇ ਤਰ੍ਹਾਂ ਦੀਆਂ ਚਿੱਠੀਆਂ ਭੇਜੀਆਂ ਗਈਆਂ ਸਨ। ਸੰਯੁਕਤ ਰਾਜ ਦੇ ਨਿਆਂ ਵਿਭਾਗ ਅਨੁਸਾਰ 2019 ਵਿੱਚ ਉਸ ਨੂੰ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਅਤੇ ਬਿਨਾਂ ਕਿਸੇ ਪ੍ਰਮਾਣਿਕ ਲਾਇਸੈਂਸ ਦੇ ਡਰਾਈਵਿੰਗ ਕਰਨ ਲਈ ਰਾਜ ਵਿੱਚ ਲਗਭਗ 10 ਹਫ਼ਤਿਆਂ ਲਈ ਨਜ਼ਰਬੰਦ ਕੀਤਾ ਗਿਆ ਸੀ। ਫੈਰੀਅਰ ਨੂੰ ਸਤੰਬਰ 2020 ਵਿੱਚ ਬਫੇਲੋ, ਨਿਊਯਾਰਕ ਵਿੱਚ ਸਰਹੱਦ ਪਾਰ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕੋਲ ਇੱਕ ਬੰਦੂਕ, ਚਾਕੂ ਅਤੇ ਗੋਲਾ ਬਾਰੂਦ ਸੀ। ਉਸਨੇ ਬਾਅਦ ਵਿੱਚ ਆਪਣੇ ਕਿਊਬਿਕ ਦੇ ਘਰ ਵਿੱਚ ਰੀਸਿਨ ਕੈਸਟਰ ਬੀਨਸ ਪ੍ਰੋਸੈਸਿੰਗ ਤੋਂ ਬਚੀ ਰਹਿੰਦ ਖੁਰਦ ਤੋਂ ਬਣਿਆ ਇੱਕ ਜ਼ਹਿਰ ਬਣਾਉਣ ਅਤੇ ਇਸ ਚਿੱਠੀ ਦੇ ਨਾਲ ਇੱਕ ਲਿਫਾਫੇ ਵਿੱਚ ਰੱਖਣ ਲਈ ਮੰਨਿਆ। US ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਰੀਸਿਨ ਲਈ ਕੋਈ ਜਾਣਿਆ ਪਛਾਣਿਆ ਐਡੀਟੋਟ ਨਹੀਂ ਹੈ। ਖੁਰਾਕ ਦੇ ਆਧਾਰ ਤੇ ਇਹ 36 ਤੋਂ 72 ਘੰਟਿਆਂ ਦੇ ਅੰਦਰ ਮੌਤ ਦਾ ਕਾਰਨ ਬਣ ਸਕਦਾ ਹੈ। 2014 ਵਿੱਚ ਮਿਸਿਸਿਪੀ ਦੇ ਇੱਕ ਵਿਅਕਤੀ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰ ਅਧਿਕਾਰੀਆਂ ਨੂੰ ਰੀਸਿਨ ਲਿਸਿਡ ਚਿੱਠੀਆਂ ਭੇਜਣ ਕਾਰਨ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਵੱਲੋਂ 2 ਹਫ਼ਤੇ ਪਹਿਲਾਂ ਤਲਾਕ ਦੇ ਕੀਤੇ ਗਏ ਐਲਾਨ ਅਤੇ ਇਸ ਸੰਬੰਧੀ ਕਾਰਵਾਈ ਸ਼ੁਰੂ ਕਰਨ ਮਗਰੋਂ ਦੇਸ਼ ਵਿੱਚ ਸਿਆਸੀ ਮਾਹੌਲ ਸ਼ਾਂਤ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਜਾਂਚ ਵਿੱਚ ਚੀਨ, ਰੂਸ, ਈਰਾਨ ਦੇ ਨਾਲ ਭਾਰਤ ਨੂੰ ਵੀ ਸ਼ਾਮਿਲ ਕੀਤੇ ਜਾਣ ਦੀ ਮੰਗ ਤੋਂ ਬਿਨਾਂ ਕਿਸੇ ਆਗੂ ਨੇ ਵੱਡਾ ਬਿਆਨ ਨਹੀਂ ਦਿੱਤਾ। ਪ੍ਰਧਾਨ ਮੰਤਰੀ ਖੁਦ 10 ਅਗਸਤ ਤੋਂ ਪਰਿਵਾਰ ਸਣੇ ਛੁੱਟੀਆਂ ਮਨਾਉਣ ਬ੍ਰਿਟਿਸ਼ ਕੋਲੰਬੀਆ ਗਏ ਹੋਏ ਨੇ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੋਲੀਵਰ ਪੀਅਰ ਨੇ ਵੀ ਕੋਈ ਬਿਆਨ ਨਹੀਂ ਦਿੱਤਾ। ਪਿਛਲੇ ਮਹੀਨੇ ਮਹਿੰਗਾਈ ਦਰ ਵਿੱਚ 0.5% ਝੜੱਪਾ ਵੱਜ ਕੇ 3.3% ਤੇ ਪਹੁੰਚਣ ਬਾਰੇ ਜਾਣਕਾਰੀ ਸਰਕਾਰੀ ਆંકੜੇ ਤੇ ਵੀ ਕੋਈ ਆਗੂ ਖੁੱਲ੍ਹ ਕੇ ਨਹੀਂ ਬੋਲਿਆ ਅਤੇ ਨਾ ਹੀ ਇਸ ਵਾਧੇ ਬਾਰੇ ਬੈਂਕ ਆਫ ਕੈਨੇਡਾ ਨੇ ਕੋਈ ਸਪਸ਼ਟੀਕਰਨ ਜਾਰੀ ਕੀਤਾ ਹੈ। ਮਹਿੰਗਾਈ ਦਰ ਦੇ ਵਾਧੇ ਨੇ ਮੰਦੀ ਅਤੇ ਉੱਚੀਆਂ ਵਿਆਜ ਦਰਾਂ ਦੀ ਮਾਰ ਚੱਲ ਰਹੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰਿਆ। ਨਿਗੂਣੀਆਂ ਕਾਰਵਾਈਆਂ ਬਾਰੇ ਪ੍ਰੈਸ ਨੋਟ ਜਾਰੀ ਕਰਨ ਵਾਲਾ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਚੁੱਪ ਹੈ। ओंटारियो ਵਿੱਚ ਆਡੀਟਰ ਜਨਰਲ ਨੇ ਸਰਕਾਰ ਤਰਫੋਂ ਗ੍ਰੀਨ ਬੈਲਟ ਨਾਲ ਖਿਲਵਾੜ ਕਰਕੇ ਕੁਝ ਉਸਾਰੀ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਫਾਇਦਾ ਪਹੁੰਚਾਉਣ ਬਾਰੇ ਜਾਰੀ ਕੀਤੀ ਰਿਪੋਰਟ ਬਾਰੇ ਵੀ ਵਿਰੋਧੀ ਧਿਰਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕੁਝ ਸਿਆਸੀ ਮਾਹਿਰ ਇਸ ਨੂੰ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਦੱਸ ਰਹੇ ਨੇ, ਪਰ ਇਸ ਚੁੱਪ ਪਿੱਛੇ ਕੀ ਭੇਦ ਹੈ ਇਹ ਤਾਂ ਸਮਾਂ ਹੀ ਦੱਸੇਗਾ। ਪੁਲਿਸ ਨੂੰ 2 ਮਹੀਨੇ ਪਹਿਲਾਂ ਮਾਰੇ ਗਏ ਸਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਅਹਿਮ ਸੁਰਾਗ ਮਿਲੇ ਨੇ। ਪੁਲਿਸ ਟੀਮ ਦੇ ਬੁਲਾਰੇ ਸਰਜੈਂਟ ਟਿਮੋਥੀ ਪਾਇਰੋਟੀ ਵੱਲੋਂ ਉਸ ਸਿਲਵਰ ਰੰਗ ਦੀ 2008 ਮਾਡਲ ਕੈਮਰੀ ਕਾਰ ਤੇ ਉਸ ਦੇ ਡਰਾਈਵਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ, ਜਿਸ ਨੇ 121 ਸਟਰੀਟ ਤੇ 68 ਐਵਨਿਊ ਤੇ ਉਡੀਕ ਕੀਤੀ ਅਤੇ ਹੱਤਿਆ ਕਰਕੇ ਆਏ ਦੋਵਾਂ ਮੁਲਜ਼ਮਾਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋਈ। ਟੀਮ ਨੇ ਮੁਲਜ਼ਮਾਂ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਮੰਗਿਆ। ओंटारियो ਦੀ ਪੁਲਿਸ ਨੇ ਬੀਤੇ ਦਿਨੀ ਜਾਂਚ ਦੌਰਾਨ $3 ਮਿਲੀਅਨ ਦੇ ਚੋਰੀ ਹੋਏ ਵਾਹਨਾਂ ਸਮੇਤ 3 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਯੂਰਕ ओंटारियो ਦੇ ਖੇਤਰ ਵਿੱਚ ਚੋਰੀਆਂ ਕਰਨ ਵਾਲੇ ਗੈਂਗ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਹੁਣ ਲਗਭਗ $3 ਮਿਲੀਅਨ ਦੇ ਕਰੀਬ ਚੋਰੀ ਹੋਏ ਵਾਹਨ ਬਰਾਮਦ ਕੀਤੇ ਨੇ ਅਤੇ ਚੋਰਾਂ ਤੇ 80 ਤੋਂ ਵੱਧ ਦੋਸ਼ ਲਗਾਏ ਨੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਚੋਰੀ ਹੋਏ ਵਾਹਨਾਂ ਦੀ ਜਾਂਚ ਮਈ ਮਹੀਨੇ ਵਿੱਚ ਸ਼ੁਰੂ ਹੋਈ ਸੀ ਅਤੇ ਇਸ ਮਾਮਲੇ ਵਿੱਚ ਪੰਜਾਬੀ ਮੂਲ ਦੇ 3 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਖਿਲਾਫ 8 ਸਰਚ ਵਾਰੰਟ ਕੱਢੇ ਗਏ ਸਨ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਪਾਸੋਂ ਲਗਭਗ $30,000 ਦੀ ਨਕਦੀ ਦੇ ਨਾਲ ਉਨ੍ਹਾਂ ਵੱਲੋਂ ਇੱਕ ਗੈਰਾਜ ਵਿੱਚ ਰੱਖੇ ਪੁਲਿਸ ਸਕੈਨਰ ਯੰਤਰ ਅਤੇ 100 ਤੋਂ ਵੱਧ ਦੇ ਕਰੀਬ ਮਾਸਟਰ ਚਾਬੀਆਂ ਵੀ ਜ਼ਬਤ ਕੀਤੀਆਂ ਨੇ। ਇਨ੍ਹਾਂ ਪੰਜਾਬੀਆਂ ਦੀ ਪਛਾਣ ਰਿਚਮੰਡ ਹਿੱਲ ਦੇ ਨਿਵਾਸੀ ਰਣਵੀਰ ਸੈਫੀ ਉਮਰ 24 ਸਾਲ, ਕੁਲਜੀਤ ਸਿੰਘ ਸੀਵੀਆ ਉਮਰ 23 ਸਾਲ ਅਤੇ ਬਰੈਂਪਟਨ ਦੇ ਨਿਵਾਸੀ ਜਸਮਨ ਪੰਨੂ ਉਮਰ 21 ਸਾਲ ਦੇ ਰੂਪ ਦੇ ਵਿੱਚ ਹੋਈ ਹੈ। ਇਨ੍ਹਾਂ ਤਿੰਨਾਂ ਸ਼ੱਕੀਆਂ ਦੇ ਕੁੱਲ 83 ਦੇ ਕਰੀਬ ਦੋਸ਼ ਆਇਦ ਕੀਤੇ ਗਏ ਨੇ। ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਟਿਕਟੌਕ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸੰਨ 2020 ਵਿੱਚ ਟਿਕਟੌਕ ਤੇ ਪਾਬੰਦੀ ਲਗਾ ਕੇ ਚੀਨੀ ਐਪ ਕੰਪਨੀ ਨੂੰ ਇੱਕ ਵੱਡਾ ਝਟਕਾ ਦਿੱਤਾ ਸੀ, ਪਰ ਹੁਣ ਇਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਭਾਰਤ ਵਿੱਚ ਪਾਬੰਦੀ ਤੋਂ ਬਾਅਦ ਹੁਣ ਨਿਊਯਾਰਕ ਸਿਟੀ ਨੇ ਵੀ ਇਸ ਐਪ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਕਾਰਨ ਸੁਰੱਖਿਆ ਦੱਸਿਆ ਜਾ ਰਿਹਾ ਹੈ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮੰਡਸ ਦੇ ਬੁਲਾਰੇ ਜੋਨੋ ਐਲਨ ਨੇ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਦੱਸਿਆ ਕਿ ਐਪ ਨੇ ਸ਼ਹਿਰ ਦੇ ਤਕਨੀਕੀ ਨੈਟਵਰਕ ਲਈ ਭਾਰੀ ਸੁਰੱਖਿਆ ਖਤਰਾ ਪੈਦਾ ਕੀਤਾ ਹੈ ਅਤੇ ਸਾਰੀਆਂ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ ਇਸ ਨੂੰ ਹਟਾਉਣ ਲਈ ਕਿਹਾ ਗਿਆ ਹੈ। ਨਾਲ ਹੀ ਕਰਮਚਾਰੀ ਸਰਕਾਰੀ ਡਿਵਾਈਸਾਂ ਅਤੇ ਨੈਟਵਰਕ ਤੇ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਟਿਕਟੌਕ ਦਾ 150 ਮਿਲੀਅਨ ਤੋਂ ਵੀ ਵੱਧ ਯੂਜ਼ਰ ਬੇਸ ਹੈ ਅਤੇ ਇਹ ਐਪ ਚੀਨੀ ਤਕਨੀਕੀ ਕੰਪਨੀ ਬਾਈਟ ਡਾਂਸ ਦੀ ਮਲਕੀਅਤ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਐਪ ਨੂੰ ਕਈ ਥਾਵਾਂ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਟਿਕਟੌਕ ਨੇ ਕਿਹਾ ਕਿ ਉਹ ਅਮਰੀਕੀ ਉਪਭੋਗਤਾਵਾਂ ਦਾ ਡੇਟਾ ਚੀਨੀ ਸਰਕਾਰ ਨਾਲ ਸਾਂਝਾ ਨਹੀਂ ਕਰਦਾ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹਕ ਕੱਕੜ ਦੀ 18 ਮੈਂਬਰੀ ਮੰਤਰੀ ਮੰਡਲ ਨੇ ਆਮ ਚੋਣਾਂ ਤੱਕ ਦੇਸ਼ ਦਾ ਕੰਮਕਾਰ ਚਲਾਉਣ ਲਈ ਸਹੁੰ ਚੁੱਕੀ ਹੈ। ਰੇਡੀਓ ਪਾਕਿਸਤਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਆਰਿਫ ਅਲਵੀ ਨੇ ਕਾਰਜਕਾਰੀ ਮੰਤਰੀ ਮੰਡਲ ਨੂੰ ਹਲਫ ਦਿਵਾਇਆ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਨੂੰ ਵਿਦੇਸ਼ ਮੰਤਰੀ, ਸਰਫਰਾਜ਼ ਬੁਗਤੀ ਨੂੰ ਗ੍ਰਹਿ ਮੰਤਰੀ, ਸ਼ਮਸ਼ਾਦ ਅਖਤਰ ਨੂੰ ਵਿੱਤ ਮੰਤਰੀ, ਲੈਫਟੀਨੈਂਟ ਜਨਰਲ ਸੇਵਾ ਮੁਕਤ ਅਨਵਰ ਅਲੀ ਹੈਦਰ ਨੂੰ ਰੱਖਿਆ ਮੰਤਰੀ ਅਤੇ ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲੰਗੀ ਨੂੰ ਸੂਚਨਾ ਮੰਤਰੀ ਨਿਯੁਕਤ ਕੀਤਾ ਗਿਆ। ਖਲੀਲ ਜਾਰਜ ਨੂੰ ਘੱਟ ਗਿਣਤੀ ਮੰਤਰਾਲਾ, ਗੌਹਰ ਇਜਾਜ਼ ਨੂੰ ਸਨਅਤ ਮੰਤਰਾਲਾ, ਡਾਕਟਰ ਉਮਰ ਸ਼ੈਫ ਨੂੰ ਸੂਚਨਾ ਤਕਨੀਕ ਮੰਤਰਾਲਾ, ਅਹਿਮਦ ਇਰਫਾਨ ਅਸਲਮ ਨੂੰ ਕਾਨੂੰਨ ਮੰਤਰਾਲਾ, ਅਦਾਕਾਰ ਜਮਾਲ ਸ਼ਾਹ ਨੂੰ ਸੱਭਿਆਚਾਰ ਮੰਤਰਾਲਾ ਅਤੇ ਅਨੀਕ ਅਹਿਮਦ ਨੂੰ ਧਾਰਮਿਕ ਮਾਮਲਿਆਂ ਬਾਰੇ ਮੰਤਰਾਲਾ ਸੌਂਪਿਆ ਗਿਆ। ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹਕ ਕੱਕੜ ਨੇ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਕੁਝ ਦਿਨ ਬਾਅਦ ਅਮਰੀਕਾ ਨੂੰ ਦੇਸ਼ ਅੰਦਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਵਿੱਚ ਆਉਣ ਵਾਲੇ ਦਿਨਾਂ ਅੰਦਰ ਆਮ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਕੌਮੀ ਅਸੈਂਬਲੀ ਦਾ ਕਾਰਜਕਾਲ 12 ਅਗਸਤ ਨੂੰ ਖਤਮ ਹੋ ਗਿਆ ਹੈ।
ਕੱਕੜ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ, ਅੰਤਰਿਮ ਸਰਕਾਰ ਪਾਕਿਸਤਾਨ ਵਿੱਚ ਸੰਵਿਧਾਨ ਅਨੁਸਾਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰੇਗੀ। ਉਹਨਾਂ ਦਾ ਟਵੀਟ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਵਧਾਈ ਸੰਦੇਸ਼ ਦੇ ਜਵਾਬ ਵਿੱਚ ਆਇਆ ਹੈ, ਜਦੋਂ ਪਹਿਲੀ ਵਾਰ ਸੈਨੇਟਰ ਬਣੇ ਕੱਕੜ ਨੂੰ 12 ਅਗਸਤ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਕੱਕੜ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੀ ਭਾਈਵਾਲੀ ਨੂੰ ਅਤੇ ਖੇਤਰ ਵਿੱਚ ਆਰਥਿਕ ਖੁਸ਼ਹਾਲੀ, ਲੋਕਤੰਤਰ ਤੇ ਸਥਿਰਤਾ ਲਈ ਸਾਂਝੀ ਪ੍ਰਤੀਬੱਧਤਾ ਬੇहद ਮਹੱਤਵ ਦਿੰਦਾ ਹੈ। ਅਫਗਾਨ ਤਾਲਿਬਾਨ ਨੇ ਇਸ ਵਾਰ ਅਫਗਾਨਿਸਤਾਨ ਦੀਆਂ ਸਿਆਸੀ ਪਾਰਟੀਆਂ ਤੇ ਇੱਕ ਹੋਰ ਪਾਬੰਦੀ ਲਗਾ ਦਿੱਤੀ ਹੈ। ਡੌਨ ਦੀ ਰਿਪੋਰਟ ਮੁਤਾਬਿਕ ਅੰਤਰਿਮ ਨਿਆਂ ਮੰਤਰੀ ਸ਼ੇਖ ਮੌਲਵੀ ਅਬਦੁਲ ਹਕੀਮ ਸਰਾਏ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਅੰਤਰਿਮ ਨਿਆਂ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ, ਕਿਉਂ ਨਾ ਤਾਂ ਇਨ੍ਹਾਂ ਪਾਰਟੀਆਂ ਦਾ ਸ਼ਰੀਆ ਵਿੱਚ ਕੋਈ ਸਟੈਂਡ ਹੈ, ਨਾ ਹੀ ਸ਼ਰੀਆ ਵਿੱਚ ਕੋਈ ਥਾਂ ਹੈ ਅਤੇ ਨਾ ਹੀ ਇਨ੍ਹਾਂ ਪਾਰਟੀਆਂ ਨਾਲ ਕੋਈ ਰਾਸ਼ਟਰੀ ਹਿੱਤ ਜੁੜੇ ਹੋਏ ਨੇ ਅਤੇ ਨਾ ਹੀ ਕੌਮ ਇਹਨਾਂ ਨੂੰ ਪਸੰਦ ਕਰਦੀ ਹੈ। ਡੌਨ ਮੁਤਾਬਿਕ ਅਫਗਾਨ ਤਾਲਿਬਾਨ ਦੇ ਮੀਡੀਆ ਆਊਟਲੈਟ ਦੁਆਰਾ ਜਾਰੀ ਇੱਕ ਬਿਆਨ ਮੁਤਾਬਿਕ ਜਸਟਿਸ ਸ਼ੇਖ ਮੌਲਵੀ ਅਬਦੁਲ ਹਕੀਮ ਸਰਾਏ ਨੇ ਬੁੱਧਵਾਰ ਨੂੰ ਕਾਬਲ ਵਿੱਚ ਆਪਣੇ ਮੰਤਰਾਲੇ ਦੀ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਇਹ ਗੱਲ ਕਹੀ। ਬਿਆਨ ਦਰਸਾਉਂਦਾ ਕਿ ਅਫਗਾਨ ਤਾਲਿਬਾਨ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਸੱਤਾ ਦਾ ਏਕਾਧਿਕਾਰ ਕਰਨਾ ਜਾਰੀ ਰੱਖ ਸਕਦਾ ਹੈ ਅਤੇ ਉਹ ਦੇਸ਼ ਵਿੱਚ ਰਾਜਨੀਤਿਕ ਬਹੁਲਤਾ ਨੂੰ ਇਜਾਜ਼ਤ ਦੇਣ ਦਾ ਕੋਈ ਇਰਾਦਾ ਨਹੀਂ ਰੱਖਦਾ। ਇਹ ਸਪਸ਼ਟ ਨਹੀਂ ਕਿ ਪਾਬੰਦੀ ਕਦੋਂ ਲਗਾਈ ਗਈ ਸੀ, ਪਰ ਅਫਗਾਨ ਤਾਲਿਬਾਨ ਇੱਕ ਵਧੇਰੇ ਸਮਾਵੇਸ਼ੀ ਸਰਕਾਰ ਬਣਾਉਣ ਲਈ ਅੰਤਰਰਾਸ਼ਟਰੀ ਦਬਾਅ ਦਾ ਵਿਰੋਧ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਅੰਤਰਿਮ ਸਰਕਾਰ ਵਿੱਚ ਸਾਰੀਆਂ ਨਸਲਾਂ ਅਤੇ ਕਬੀਲਿਆਂ ਦੇ ਨੁਮਾਇੰਦੇ ਸਨ ਅਤੇ ਇਸ ਦਾ ਆਧਾਰ ਵਿਆਪਕ ਸੀ। ਸਿੰਗਾਪੁਰ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਖਤ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ 21 ਮਹੀਨਿਆਂ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਤੇ 5000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਦੀ ਸਟ੍ਰੀਟਸ ਟਾਈਮਜ਼ ਦੀ ਖਬਰ ਮੁਤਾਬਿਕ ਕੇ ਪ੍ਰਦੀਪ ਰਾਮ ਉਮਰ 41 ਸਾਲ ਤੇ ਇੱਕ ਪੁਲਿਸ ਅਧਿਕਾਰੀ ਨੂੰ ਧਮਕਾਉਣ ਅਤੇ ਦੂਜੇ ਅਧਿਕਾਰੀ ਨਾਲ ਬਦਸਲੂਕੀ ਕਰਨ ਦਾ ਵੀ ਦੋਸ਼ ਹੈ। ਇਹ ਘਟਨਾ 2020 ਦੀ ਹੈ। ਉਸ ਨੂੰ 10 ਸਾਲਾਂ ਲਈ ਗੱਡੀ ਚਲਾਉਣ ਤੋਂ ਵੀ ਅਯੋਗ ਕਰਾਰ ਦਿੱਤਾ ਗਿਆ ਹੈ। ਉਸ ਨੇ ਖਤਰਨਾਕ ਡਰਾਈਵਿੰਗ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਅਤੇ ਇੱਕ ਪੁਲਿਸ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਸਮੇਤ 4 ਦੋਸ਼ ਸਵੀਕਾਰ ਕਰ ਲਏ ਸਨ। ਡਿਪਟੀ ਸਰਕਾਰੀ ਵਕੀਲ ਟੋਮੋਥੀ ਕੋਵ ਨੇ ਦੱਸਿਆ ਕਿ 24 ਮਈ 2020 ਨੂੰ ਕਰੀਬ 9 ਵਜੇ ਰਾਮ ਅਤੇ ਉਸ ਦਾ ਦੋਸਤ ਪ੍ਰਵੀਨ ਰਾਤ ਦੇ ਖਾਣੇ ਲਈ ਇੱਕ ਹੋਰ ਦੋਸਤ ਦੇ ਘਰ ਪਹੁੰਚੇ। ਕੋ ਨੇ ਦੱਸਿਆ ਕਿ ਉੱਥੇ ਨਿਕਲਣ ਤੋਂ ਬਾਅਦ ਨਸ਼ੇ ਵਿੱਚ ਟੱਲੀ ਰਾਮ ਅਤੇ ਪ੍ਰਵੀਨ ਆਪਸ ਵਿੱਚ ਲੜਨ ਲੱਗੇ ਅਤੇ ਰਾਮ ਨੇ ਖਤਰਨਾਕ ਢੰਗ ਨਾਲ ਗੱਡੀ ਚਲਾਈ। ਉਸ ਨੇ ਸੜਕ ਤੇ ਇੱਕ ਪਾਸੇ ਲੱਗੇ ਬੈਰੀਕੇਡ ਨੂੰ ਟੱਕਰ ਮਾਰੀ ਅਤੇ ਇਸ ਦੌਰਾਨ ਪ੍ਰਵੀਨ ਦੇ ਕੱਪੜੇ ਲਾਰੀ ਵਿੱਚ ਫਸ ਗਏ ਅਤੇ ਉਸ ਨੂੰ ਕਾਫੀ ਸੱਟਾਂ ਲੱਗੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਪ੍ਰਵੀਨ ਲਈ ਐਂਬੂਲੈਂਸ ਬੁਲਾਈ ਗਈ। ਰਾਮ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਮਾੜਾ ਵਿਵਹਾਰ ਕੀਤਾ। ਇਨ੍ਹਾਂ ਸਾਰੇ ਅਪਰਾਧਾਂ ਲਈ ਰਾਮ ਨੂੰ 21 ਮਹੀਨੇ ਅਤੇ 2 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਵਿੱਚ ਪਰਿਵਾਰ ਸਣੇ ਛੁੱਟੀਆਂ ਕੱਟ ਕੇ ਪਰਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅੱਜ ਕਿਹਾ ਕਿ ਤਕਨੀਕੀ ਬਦਲਾਅ ਤੇ ਸਖਤ ਆਰਥਿਕ ਚੁਣੌਤੀਆਂ ਦੇ ਗੇੜ ਚੋਂ ਮੁਲਕ ਨੂੰ ਕੱਢਣ ਲਈ ਉਹ ਯੂਕੇ ਸਰਕਾਰ ਵਿੱਚ ਇਸ ਸਿਖਰਲੇ ਅਹੁਦੇ ਲਈ ਸਭ ਤੋਂ ਯੋਗ ਵਿਅਕਤੀ ਨੇ। ਸੁਨਕ ਨੇ ਮਹਿੰਗਾਈ ਦਰ ਨੂੰ ਸਭ ਤੋਂ ਵੱਡੀ ਚੁਣੌਤੀ ਦੱਸਿਆ। ਦੀ ਟਾਈਮਜ਼ ਨੂੰ ਦਿੱਤੀ ਇੰਟਰਵਿਊ ਦੌਰਾਨ 43 ਸਾਲਾ ਬਰਤਾਨਵੀ ਭਾਰਤੀ ਆਗੂ ਨੇ ਮਹਿੰਗਾਈ ਦਰ 7.9% ਤੋਂ ਡਿੱਗ ਕੇ 6.8% ਰਹਿਣ ਦੇ ਹਵਾਲੇ ਨਾਲ ਕਿਹਾ ਕਿ ਇਹ ਸੰਕੇਤ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਅਰਥਚਾਰਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਆਪਣੇ ਕਾਰਜਕਾਲ ਦਾ 1 ਸਾਲ ਪੂਰਾ ਕਰਨ ਦੇ ਕੰਢੇ ਪੁੱਜੇ ਸੁਨਕ ਨੇ ਕਿਹਾ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਖੇ ਹਾਲਾਤ ਵਿੱਚ ਨਹੀਂ ਮਿਲੀ। ਕਾਬਿਲ ਗੌਰ ਹੈ ਕਿ ਯੂਕੇ ਨੂੰ ਦਰਪੇਸ਼ ਵਿੱਤੀ ਸੰਕਟ ਦਰਮਿਆਨ ਲਿਜ਼ ਟਰੱਸ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਕਰਕੇ ਸੁਨਕ ਨੂੰ ਚਾਣਚੱਕ ਇਸ ਅਹੁਦੇ ਤੇ ਬਿਠਾਇਆ ਗਿਆ ਸੀ। ਸੁਨਕ ਨੇ ਇਸ ਅਖਬਾਰ ਨੂੰ ਦੱਸਿਆ, ਮੇਰਾ ਮੰਨਣਾ ਹੈ ਕਿ ਮੈਂ ਸਹੀ ਵਿਅਕਤੀ ਹਾਂ, ਯੋਗ ਪ੍ਰਧਾਨ ਮੰਤਰੀ ਹਾਂ। ਅਜਿਹੇ ਮੌਕੇ ਜਦੋਂ ਤਕਨੀਕੀ ਬਦਲਾਅ ਬਹੁਤ ਅਹਿਮ ਨੇ ਤਾਂ ਕਿ ਦੇਸ਼ ਨੂੰ ਤਬਦੀਲੀ ਦੇ ਇਸ ਗੇੜ ਚੋਂ ਕੱਢਣ ਵਿੱਚ ਮਦਦ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਅੱਗੇ ਵੱਡੀ ਚੁਣੌਤੀ ਹੈ ਜਿਸ ਨੂੰ ਪਾਰ ਪਾਉਣਾ ਹੋਵੇਗਾ, ਪਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਪੂਰਾ ਕਰ ਲਵਾਂਗੇ। ਪਿਛਲੇ ਕੁਝ ਮਹੀਨਿਆਂ ਤੋਂ ਸਾਫ਼ ਹੈ ਕਿ ਯੋਜਨਾ ਕੰਮ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਵੱਧ ਗਈ। ਸੂਬੇ ਵਿੱਚ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ ਹੁਣ ਤੱਕ 217 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਸੂਬੇ ਵਿੱਚ ਪਿਛਲੇ 3 ਦਿਨਾਂ ਦੌਰਾਨ ਭਾਰੀ ਮੀਂਹ ਦਰਜ ਕੀਤਾ ਗਿਆ, ਜੋ ਐਤਵਾਰ ਤੋਂ ਸ਼ੁਰੂ ਹੋਇਆ। ਫੌਜ, ਹਵਾਈ ਸੈਨਾ ਅਤੇ ਹੋਰ ਬਚਾਅ ਕਰਮਚਾਰੀਆਂ ਨੇ ਹੜ੍ਹ ਪ੍ਰਭਾਵਿਤ ਕਾਂਗੜਾ ਜ਼ਿਲ੍ਹੇ ਦੇ ਫਤਿਹਪੁਰ ਅਤੇ ਇੰਦੌਰਾ ਦੇ ਪੌਂਗ ਡੈਮ ਤੋਂ 309 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪਿਛਲੇ 3 ਦਿਨਾਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ 2074 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਮੰਡੀ ਜ਼ਿਲ੍ਹੇ ਦੇ
ਸ਼ਰਕਾ ਘਾਟ ਵਿਧਾਨ ਸਭਾ ਹਲਕੇ ਦੇ ਮਠਹੇੜੀ, ਬਲਦਵਾੜਾ, ਮਸੇਰਨ ਅਤੇ ਜੁਕੈਨ ਦੇ ਮੀਂਹ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਉੱਥੇ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੌਨਸੂਨ ਸੀਜ਼ਨ ਦੌਰਾਨ ਹੋਇਆ ਨੁਕਸਾਨ 7,500 ਕਰੋੜ ਰੁਪਏ ਤੱਕ ਪਹੁੰਚ ਗਿਆ। ਸੂਬੇ ਵਿੱਚ 875 ਸੜਕਾਂ ਜਾਮ ਹੋਈਆਂ ਨੇ ਅਤੇ 1,135 ਟਰਾਂਸਫਾਰਮਰ ਅਤੇ 285 ਜਲ ਸਪਲਾਈ ਸਕੀਮਾਂ ਵਿੱਚ ਵਿਘਨ ਪਿਆ। ਭਾਰੀ ਮਾਨਸੂਨ ਦੇ ਮੀਂਹ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚਿਆਂ ਨੂੰ ਦੁਬਾਰਾ ਬਣਾਉਣ ਵਿੱਚ 1 ਸਾਲ ਦਾ ਸਮਾਂ ਲੱਗੇਗਾ। ਪਿਛਲੇ ਮਹੀਨੇ ਜੁਲਾਈ ਅਤੇ ਇਸ ਹਫ਼ਤੇ ਪਏ ਮੋਲਾਧਾਰ ਮੀਂਹ ਕਾਰਨ ਸੂਬੇ ਵਿੱਚ 10,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਅਤੇ ਪਾਣੀ ਦੇ ਪ੍ਰੋਜੈਕਟਾਂ ਦੇ ਪੁਨਰ ਨਿਰਮਾਣ ਵਿੱਚ ਸਮਾਂ ਲੱਗਦਾ ਹੈ, ਪਰ ਸਰਕਾਰ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਰਹੀ ਹੈ। ਉਹਨਾਂ ਕਿਹਾ, ਸਾਨੂੰ 1 ਸਾਲ ਦੇ ਅੰਦਰ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਬਹਾਲ ਕਰਨਾ ਹੋਵੇਗਾ। ਮੈਂ ਇਸ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਦੋਵੇਂ ਧਿਰਾਂ ਲਗਾਤਾਰ ਇੱਕ ਦੂਜੇ ਨੂੰ ਤਾਨੇ ਮਾਰ ਰਹੀਆਂ ਨੇ। 77ਵੇਂ ਸੁਤੰਤਰਤਾ ਦਿਵਸ ਮੌਕੇ ਵੀ ਕੁਝ ਅਜਿਹਾ ਹੀ ਹੋਇਆ। ਸੀਐਮ ਮਾਨ ਰਾਜਪਾਲ ਪੁਰੋਹਿਤ ਦੁਆਰਾ ਆਯੋਜਿਤ ਰਸਮੀ ਐਟ ਹੋਮ ਰਿਸੈਪਸ਼ਨ ਵਿੱਚ ਸ਼ਾਮਿਲ ਨਹੀਂ ਹੋਏ। ਇਸ ਤੇ ਚੁਟਕੀ ਲੈਂਦੇ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਟ ਹੋਮ ਸਮਾਗਮ ਵਿੱਚ ਨਾ ਜਾਣਾ ਚੁਣਿਆ। ਉਹਨਾਂ ਦਾ ਫੈਸਲਾ ਉਹਨਾਂ ਦੀ ਆਪਣੀ ਸਮਝ ਅਨੁਸਾਰ ਹੁੰਦਾ ਹੈ। ਮੁੱਖ ਮੰਤਰੀ ਨੇ ਸ਼ਾਇਦ ਰਾਜ ਭਵਨ ਦੇ ਬਾਹਰ ਰੱਖੀਆਂ ਰਸਮੀ ਤੋਪਾਂ ਤੋਂ ਡਰਦਿਆਂ ਇਸ ਸਮਾਗਮ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਸਿੱਧੇ ਤੌਰ ਤੇ ਮੁੱਖ ਮੰਤਰੀ ਦੀ ਜੂਨ ਵਿੱਚ ਵਿਧਾਨ ਸਭਾ ਵਿੱਚ ਉਸ ਦੀ ਟਿੱਪਣੀ ਲਈ ਮਜ਼ਾਕ ਉਡਾ ਰਹੇ ਸਨ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਡਰਾਉਣ ਲਈ ਰਾਜ ਭਵਨ ਦੇ ਬਾਹਰ ਤੋਪਾਂ ਲਗਾਈਆਂ ਗਈਆਂ ਨੇ। ਦੂਜੇ ਪਾਸੇ ਜਦੋਂ ਰਾਜਪਾਲ ਨੂੰ ਮੀਡੀਆ ਵੱਲੋਂ ਸੀਐਮ ਮਾਨ ਦੇ ਪ੍ਰੋਗਰਾਮ ਵਿੱਚ ਨਾ ਆਉਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਪਤਵੰਤਿਆਂ ਨੂੰ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਦਫ਼ਤਰ ਨੇ ਵੀ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜੂਨ ਵਿੱਚ ਹੋਈ ਵਿਧਾਨ ਸਭਾ ਸੈਸ਼ਨ ਦੌਰਾਨ ਸੀਐਮ ਮਾਨ ਤੇ ਉਹਨਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਇਆ ਸੀ। ਰਾਜਪਾਲ ਨੇ ਕਿਹਾ ਸੀ ਕਿ ਉਹਨਾਂ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਉਸ ਲਈ ਕਿਹਾ ਗਿਆ ਕਿ ਪੱਤਰ ਲਿਖਦਾ ਰਹਿੰਦਾ ਹੈ, ਵਿਹਲਾ ਹੈ। ਉਹਨਾਂ ਕਿਹਾ ਕਿ ਕੋਈ ਵੀ ਰਾਜਪਾਲ ਨੂੰ ਬਦਨਾਮ ਨਹੀਂ ਕਰ ਸਕਦਾ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਭਾਸ਼ਾ ਦਾ ਖਿਆਲ ਰੱਖਣਾ ਹੋਵੇਗਾ। ਉਹ ਬਿਨਾਂ ਕਿਸੇ ਕਾਰਨ ਮੈਨੂੰ ਗਾਲ ਨਹੀਂ ਦੇ ਸਕਦੇ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਕਿਹਾ ਕਿ ਚੰਦਰਯਾਨ 3 ਦਾ ਲੈਂਡਰ ਵਿਕਰਮ ਪ੍ਰੋਪੈਲਸ਼ਨ ਮੋਡਿਊਲ ਤੋਂ ਸਫਲਤਾਪੂਰਵਕ ਵੱਖ ਹੋ ਗਿਆ। ਹੁਣ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਚੰਦਰਮਾ ਦੇ ਐਨ ਨੇੜੇ ਪਹੁੰਚਣ ਲਈ ਤਿਆਰ ਨੇ। ਚੰਦ ਦੇ ਦੱਖਣੀ ਧਰੁਵ ਤੇ ਸਾਫਟ ਲੈਂਡਿੰਗ 23 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ, ਲੈਂਡਰ ਮੋਡਿਊਲ ਨੇ ਕਿਹਾ, ਸਫ਼ਰ ਲਈ ਧੰਨਵਾਦ ਦੋਸਤੋ। ਲੈਂਡਰ ਮੋਡਿਊਲ ਪ੍ਰੋਪਲਸ਼ਨ ਮੋਡਿਊਲ ਤੋਂ ਸਫਲਤਾਪੂਰਵਕ ਵੱਖ ਹੋ ਗਿਆ। ਲੈਂਡਰ ਮੋਡਿਊਲ ਦੇ ਭਾਰਤੀ ਸਮੇਂ ਮੁਤਾਬਿਕ ਕਰੀਬ 4 ਵਜੇ ਡਿਬਿਊਸਟਿੰਗ ਹੌਲੀ ਕਰਨ ਦੀ ਪ੍ਰਕਿਰਿਆ ਤੋਂ ਗੁਜ਼ਰਦਿਆਂ ਚੰਦਰਮਾ ਦੀ ਥੋੜੇ ਹੇਠਲੇ ਪੰਧ ਤੇ ਉਤਰਨ ਦੀ ਸੰਭਾਵਨਾ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਪੋਪੂਲੇਸ਼ਨ ਮੋਡਿਊਲ ਪੰਧ ਤੇ ਮਹੀਨਿਆਂ ਸਾਲਾਂ ਦਾ ਸਫ਼ਰ ਜਾਰੀ ਰੱਖੇਗਾ। ਚੰਦਰਯਾਨ 3 ਪਿਛਲੇ ਮਹੀਨੇ 14 ਜੁਲਾਈ ਨੂੰ ਉਡਾਨ ਭਰਨ ਮਗਰੋਂ 5 ਅਗਸਤ ਨੂੰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ ਸੀ। ਇਸ ਮਗਰੋਂ ਉਹ 6, 9 ਅਤੇ 14 ਅਗਸਤ ਨੂੰ ਚੰਦਰਮਾ ਦੇ ਅਗਲੇ ਪੰਧਾਂ ਵਿੱਚ ਦਾਖਲ ਹੋਇਆ ਸੀ ਅਤੇ ਫਿਰ ਉਹ ਉਸ ਦੇ ਹੋਰ ਨੇੜੇ ਪਹੁੰਚਦਾ ਗਿਆ। ਜਿਵੇਂ-ਜਿਵੇਂ ਮਿਸ਼ਨ ਅੱਗੇ ਵਧਦਾ ਗਿਆ ਅਤੇ ਇਸਰੋ ਨੇ ਚੰਦਰਯਾਨ 3 ਦੇ ਪੰਧ ਨੂੰ ਹੌਲੀ-ਹੌਲੀ ਘਟਾਉਣ ਅਤੇ ਉਸ ਨੂੰ ਚੰਦਰਮਾ ਦੇ ਧਰੁਵ ਬਿੰਦੂਆਂ ਤੇ ਤਾਇਨਾਤ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਚੰਦਰਯਾਨ 1 ਦੇ ਪ੍ਰੋਜੈਕਟ ਡਾਇਰੈਕਟਰ ਐਮ ਅਨੁਦਾ ਰਾਏ ਨੇ ਕਿਹਾ ਕਿ ਇਹ ਬਹੁਤ ਵੱਡਾ ਪਲ ਹੈ ਅਤੇ ਇੱਥੋਂ ਪਤਾ ਲੱਗੇਗਾ ਕਿ ਲੈਂਡਰ ਕਿੰਨਾ ਵਧੀਆ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ, ਅਸਲ ਵਿੱਚ ਕੰਮ ਹੋਣਾ ਸ਼ੁਰੂ ਹੋਵੇਗਾ। ਅਸਲੀ ਮੈਚ ਹੁਣ ਸ਼ੁਰੂ ਹੋਵੇਗਾ ਅਤੇ ਇਹ ਫਾਈਨਲ ਓਵਰ ਨੇ। ਇਹ ਬਹੁਤ ਵੱਡਾ ਪਲ ਹੈ। ਪੂਰੀ ਦੁਨੀਆ ਦੀ ਨਜ਼ਰ ਵਿਕਰਮ ਅਤੇ ਪ੍ਰਗਿਆਨ ਤੇ ਲੱਗੀ ਹੋਈ ਹੈ। ਜੇਕਰ ਲੈਂਡਰ ਚੰਦਰਮਾ ਤੇ ਸਫਲਤਾਪੂਰਵਕ ਉਤਰ ਗਿਆ ਤਾਂ ਚੰਦਰਯਾਨ 3 ਦਾ ਮਿਸ਼ਨ ਸਫਲ ਹੋਵੇਗਾ, ਜਿਸ ਦਾ ਮੁੱਖ ਉਦੇਸ਼ ਚੰਦਰਮਾ ਤੇ ਕੁਝ ਵਿਗਿਆਨਿਕ ਤਜਰਬੇ ਕਰਨਾ ਹੈ। ਭਾਰਤ ਦੇ 5 ਨੌਜਵਾਨਾਂ ਸਣੇ ਦੁਨੀਆ ਭਰ ਦੇ 17 ਨੌਜਵਾਨ ਵਾਤਾਵਰਣ ਕਾਰਕੁਨਾਂ ਨੂੰ 2023 ਦੇ ਇੰਟਰਨੈਸ਼ਨਲ ਯੰਗ ਈਕੋ ਹੀਰੋ ਪੁਰਸਕਾਰ ਲਈ ਚੁਣਿਆ ਗਿਆ। ਉਹਨਾਂ ਨੇ ਦੁਨੀਆ ਵਿੱਚ ਸਭ ਤੋਂ ਵੱਧ ਦਬਾਅ ਵਾਲੀਆਂ ਵਾਤਾਵਰਣ ਚੁਣੌਤੀਆਂ ਨਾਲ ਨਜਿੱਠਣ ਲਈ ਪਹਿਲ ਕਦਮੀਆਂ ਕੀਤੀਆਂ ਨੇ। ਅਮਰੀਕਾ ਸਮੇਤ ਗੈਰ ਲਾਭਕਾਰੀ ਸੰਸਥਾ ਐਕਸ਼ਨ ਫਾਰ ਨੇਚਰ ਨੇ ਜਿਹੜੇ ਨੌਜਵਾਨ ਵਾਤਾਵਰਣ ਕਾਰਕੁਨਾਂ ਦੀ ਉਹਨਾਂ ਦੇ ਯਤਨਾਂ ਸਦਕਾ ਪੁਰਸਕਾਰ ਲਈ ਚੋਣ ਕੀਤੀ ਹੈ, ਉਹਨਾਂ ਵਿੱਚ ਮੇਰਠ ਤੋਂ ਈਹਾ ਦੀਕਸ਼ਿਤ, ਬੈਂਗਲੁਰੂ ਤੋਂ ਮਾਨੀਆ ਹਰਸ਼ਾ, ਨਵੀਂ ਦਿੱਲੀ ਤੋਂ ਨਿਰਵਾਨ ਸੋਮਾਨੀ ਅਤੇ ਮੰਨਤ ਕੌਰ ਅਤੇ ਮੁੰਬਈ ਦਾ ਕਰਨਵ ਰਸਤੋਗੀ ਸ਼ਾਮਿਲ ਨੇ। ਇੰਟਰਨੈਸ਼ਨਲ ਯੰਗ ਈਕੋ ਹੀਰੋ ਅਵਾਰਡ ਪ੍ਰੋਗਰਾਮ
8 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਅਤੇ ਅੱਲੜ ਉਮਰ ਦੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਵਾਤਾਵਰਣ ਦੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕੀਤਾ ਹੋਵੇ। ਇੰਟਰਨੈਸ਼ਨਲ ਯੰਗ ਇਕੋ ਹੀਰੋ ਪੁਰਸਕਾਰ ਲਈ ਨਾਵਾਂ ਦੀ ਚੋਣ ਵਾਤਾਵਰਣ ਵਿਗਿਆਨ, ਜੀਵ ਵਿਗਿਆਨ ਅਤੇ ਸਿੱਖਿਆ ਮਾਹਿਰਾਂ ਦੀ ਇੱਕ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਮੰਗਲਵਾਰ ਨੂੰ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਕਿ ਪਿਛਲੇ 20 ਸਾਲਾਂ ਵਿੱਚ ਐਕਸ਼ਨ ਫਾਰ ਨੇਚਰ ਨੇ 27 ਦੇਸ਼ਾਂ ਅਤੇ 32 ਅਮਰੀਕੀ ਰਾਜਾਂ ਦੇ 339 ਵਾਤਾਵਰਣ ਨਾਇਕਾਂ ਨੂੰ ਸਨਮਾਨਿਤ ਕੀਤਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।